नीति वचन कहोता सभी बाब दी 22 ऐत तो पढ़ा ਚੁਗਲੀ ਕਰਨ ਵਾਲੇ ਦੀਆਂ ਗੱਲਾਂ ਸਵਾਦਲੀ ਬੁਰਕੀਆਂ ਵਰਗੀਆਂ ਹੁੰਦੀਆਂ ਹਨ। चुगली कईयां नूं चुगली करन दा और चुगली सुनन दा बहुत स्वाद जिहा पिया हुंदा, आदत पई हुंदी है। कादी? चुगलियां करन दी ते चुगलियां सुनन दी। ना ही चुगली करनी चाहिए, ना ही चुगली सुननी चाहिए, क्योंकि चुगलियां इन्नियां स्वाद हुंदियां ने कि जदों कोई करदा लिखिया ढिड विच ही वड़ जांदियां ने। जिस तरह असीं कोई स्वादला भोजन खांदे हां, कोई बुरकी खांदे हां स्वादले भोजन दी, ते जदों मूँह दे विच जांदी ते बड़ा स्वाद आउंदा। इसे तरह चुगलियां भी एक इहो जिहियां ने, जदों कोई भी सुनदा होवे उहनूं इन्ना स्वाद आउंदा कि ओह कहंदा होर कर ते बड़ा स्वाद जिहा आउंदा चुगलियां करन दा। ਇਹ ਕਰਨੀਆਂ ਤੇ ਕਿਤੇ ਸਾਨੂੰ ਸੁਣਨੀਆਂ ਵੀ ਨਹੀਂ ਚਾਹੀਦੀਆਂ। ਸਿੱਧੀਆਂ ਲਿਖਿਆ ਢਿੱਡ ਵਿੱਚ ਹੀ ਵੜ ਜਾਂਦੀਆਂ ਨੇ। ਕਈ ਵਾਰ ਕਲਾਮ ਭਾਵੇਂ ਚੱਲਦਾ ਹੋਵੇ ਇੱਕ ਤਰਫ, ਸਾਈਡ ਤੇ ਹੋ ਕੇ ਚੁਗਲੀਆਂ ਕਰਨੀਆਂ ਸ਼ੁਰੂ ਕਰ ਦਈਏ ਤੇ ਕਲਾਮ ਵੱਲ ਘੱਟ ਖਿਆਲ ਜਾਏਗਾ ਤੇ ਚੁਗਲੀਆਂ ਵੱਲ ਜ਼ਿਆਦਾ ਜਾਏਗਾ। ਥੋੜਾ ਥੋੜਾ ਬੋਲਾਂਗੇ, क्योंकि इन्नियां स्वाद हुंदियां ने कि सिद्धियां ढिड विच ही वड़ जांदियां, ये भुलदियां भी नहीं। ते खुदा दे वचन जां हुक्म दसे जाण ते ये कई बार सानू कलाम भुल भी जांदा। कई बार पुछिए की सुनिया ते भुल जांदा है। ये ढिड विच ही वड़ जांदियां। एक आया कहंदा चुगली करनी है, मैं गल करनी है। कहंदा मैनू गल दसो की होई, मैं उहनूं गल दसां ना। कहंदा जल्दी दसो, मेरे ते ढिड च पीड़ होई जांदी है, जल्दी दसो। फिर एक घर वाले ने सोचिया कि चुगलियां पिंड विच बड़ियां हुंदियां ने, मैं इहो जी जगह ते घर बनावांगा कि जिथे मेरे घर वाली दे लागे कोई बुजुर्ग ਜਾਂ ਕੋਈ ਹੋਰ ਸਾਥਣ ਆਣ ਕੇ ਚੁਗਲੀ ਨਾ ਕਰੇ ਤੇ ਨਾ ਹੀ ਸਾਡੇ ਦੋਨਾਂ ਜੀਆਂ ਵਿੱਚ ਲੜਾਈ ਹੋ ਸਕੇ। ਕਿਉਂਕਿ ਜਿਹੜੀ ਵੀ ਔਰਤ ਜ਼ਿਆਦਾ ਚੁਗਲੀਆਂ ਵੱਲ ਖਿਆਲ ਰੱਖਦੀ, ਸੁਣਨ ਵੱਲ, ਕਰਨ ਵੱਲ, ਉਹਨਾਂ ਦੇ ਘਰ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ। ਤੇ ਜਦੋਂ ਉਹ ਮੁੰਡੇ ਨੇ, ਲੜਕੇ ਨੇ ਸੋਚਿਆ ਕਿ ਮੈਂ ਘਰ ਪਿੰਡ ਵਿੱਚੋਂ ਬਾਹਰ ਕਿਤੇ ਦੂਰ ਬਣਾਵਾਂਗਾ, जिथे ना कोई रिश्तेदार आवे, ना कोई आंढी गुआंढी आवे, फिर किस तरह साडे घर विच लड़ाई होवेगी। काफी चिर लंघदा गया, चुगली वाला भैन नूं कोई उस नूं चुगली वाला नहीं कोई मिलिया, ना चुगली वाली मिली, ते जिंदगी वधिया बतीत हो रही। काफी दिन बीत गए, वो थोड़ा कम बाहर किसी नौकरी ते गया। कहंदा सामां नूं अज दाल ते चौल बनाने ने मेरे वास्ते। पहले भी दस के जांदा सी घर वाला अपनी घरवाली नूं कि की अज शाम नूं बनाउणा खाण वास्ते, इकट्ठे बैठ के खावांगे। प्यार बनिया सी। कहंदा अज दाल ते चौल बनाने ने। कहंदी ठीक है जी, दाल चौल बनावांगे। अगे कदे भी वो किसी दे लागे नहीं बैठी। एक खास पिंड दे विचों गई निकल के, ओनू मिलण दे वास्ते कहंदी अज मैं मिल के आवां, उते बड़े सोहणे वस रहे ने, मैं मिल के आवां उसनूं। कहंदी धीए मैं तैनूं मिलण वास्ते आई हां, मेरे लागे बैठ। आ कोई अपने दिल विचों कोई गुबार कढ लै, कोई दिल दी गल कढ लै, मैनूं सुणा।
ਆਪਣਾ ਦੁੱਖ ਸੁਣਾ, ਤੇਰਾ ਘਰ ਵਾਲਾ ਕਿਦਾਂ ਦਾ, ਮੈਨੂੰ ਦੱਸ ਕੁਝ ਮੈਂ ਤੈਨੂੰ ਦੱਸਦੀ ਹਾਂ। ਉਹ ਦੋਨੋਂ ਬੈਠ ਗਈਆਂ ਇੱਕ ਮੰਜੇ ਉੱਤੇ, ਚੁਗਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਰੀ ਜਾਣ ਚੁਗਲੀਆਂ, ਕਰੀ ਜਾਣ। ਕਾਫੀ ਵਕਤ ਬੀਤ ਗਿਆ, ਚੁਗਲੀਆਂ ਪੀਰੀਅਡ ਪੂਰਾ ਹੋ ਗਿਆ ਤੇ ਉਸ ਜਿਹੜੀ ਘਰ ਵਾਲੀ ਸੀ ਬੜੀ ਸਿਆਸ ਸੀ ਆਪਣੇ ਆਪ 'ਚ, ਪਰ ਅੱਜ ਧੋਖਾ ਖਾ ਗਈ। ਉਹਨੇ ਇੱਕਦਮ ਉਹਦੇ ਮਨ ਨੂੰ ਖਿਆਲ ਆਇਆ ਕਿ ਮੇਰੇ ਘਰ ਵਾਲੇ ਨੇ ਅੱਜ, ਸੁਣ ਰਹੇ ਹੋ, ਮੇਰੇ ਘਰ ਵਾਲੇ ਨੇ ਅੱਜ ਦਾਲ ਚੌਲ ਬਣਾਉਣ ਵਾਸਤੇ ਕਿਹਾ ਸੀ। ਪਹਿਲੇ ਵੀ ਕਹਿ ਕੇ ਜਾਂਦਾ ਸੀ, ਜੋ ਕਹਿੰਦਾ ਸੀ ਅੱਜ ਬਣਾਉਣਾ ਉਹਦੇ ਘਰ ਵਾਲੀ ਉਹੋ ਹੀ ਬਣਾਉਂਦੀ ਸੀ, ਤੇ ਉਹਨਾਂ ਦੋਨਾਂ ਜੀਆਂ ਦੇ ਵਿੱਚ ਲੜਾਈ ਨਹੀਂ ਸੀ ਹੁੰਦੀ। ਕਈ ਵਾਰ ਘਰ ਵਾਲਾ ਕਵੇ ਅੱਜ ਮੈਂ ਸੁੱਕੀ ਸਬਜ਼ੀ ਖਾਣੀ, ਬੈਂਗਣ ਖਾਣੇ ਨੇ, ਜਾਂ ਭਿੰਡੀਆਂ ਤੋਰੀਆਂ, ਜਾਂ ਕੋਈ ਵੀ ਸਬਜ਼ੀ ਖਾਣੀ, ਗੋਭੀ ਖਾਣੀ, ਘਰ ਵਾਲੀ ਕਹੇਗੀ ਮੈਨੂੰ ਨਹੀਂ ਸਵਾਦ ਆਉਂਦਾ, ਮੈਂ ਆਹ ਸਬਜ਼ੀ ਖਾਣੀ। ਫਿਰ ਉਹਨਾਂ ਦੇ ਘਰ ਵਿੱਚ ਲੜਾਈ ਹੁੰਦੀ, ਕਿਉਂਕਿ ਆਖੇ ਨਹੀਂ ਲੱਗਦੀ। ਫਿਰ ਜਦੋਂ ਉਹਨੂੰ ਚੇਤਾ ਆਇਆ ਕਿ ਮੇਰੇ ਘਰ ਵਾਲਾ ਆਖ ਕੇ ਗਿਆ ਸੀ, ਕਹਿ ਕੇ ਗਿਆ ਸੀ ਕਿ ਦਾਲ ਚਾਵਲ ਬਣਾਉਣੇ ਨੇ, ਉਹ ਜੋ ਵੀ ਉਹਦੀ ਚਾਚੀ ਤਾਈ ਲੱਗਦੀ ਕਹਿੰਦੀ ਕਿ ਮੈਂ ਤੇ ਖਾਣਾ ਬਣਾਉਣਾ ਮੈਨੂੰ ਘਰ ਵਾਲਾ ਕਹਿ ਕੇ ਗਿਆ ਸੀ। ਕਹਿੰਦੀ ਕੀ ਕਹਿ ਕੇ ਗਿਆ ਬਣਾਉਣ ਵਾਸਤੇ? ਕਹਿੰਦੀ ਉਹ ਕਹਿ ਕੇ ਗਿਆ ਕਿ ਦਾਲ ਤੇ ਚੌਲ ਬਣਾਉਣੇ ਨੇ ਅੱਜ। ਕਹਿੰਦੀ ਅੱਛਾ। ਕਹਿੰਦੀ ਦਾਲ ਚੌਲ ਬਣਾਉਣੇ ਨੇ, ਤੈਨੂੰ ਤਰੀਕਾ ਮੈਂ ਦੱਸ ਦਿੰਨੀ ਆ, ਵਕਤ ਤੇਰੇ ਕੋਲ ਥੋੜਾ ਵਾ, ਤੂੰ ਇਸ ਤਰ੍ਹਾਂ ਕਰ ਕਿ ਤੂੰ ਚੌਲ ਵੀ ਇਕੱਠੇ ਪਾਲਾ ਤੇ ਦਾਲ ਵੀ ਇਕੱਠੀ ਪਾਲਾ, ਇੱਕੋ ਜਗ੍ਹਾ ਚੀਜ਼ਾਂ ਪਾ ਕੇ ਤੇ ਤੂੰ ਬਣਾ ਲਾ ਰਿੰਨ ਦੇ ਚੌਲਾਂ ਵਿੱਚੇ ਮਿਰਚਾਂ ਪਾ ਲਾ ਤੇ ਬਣਾ ਕੇ ਰੱਖ ਦੇ, ਤੇ ਤੇਰਾ ਟਾਈਮ ਵੀ ਨਹੀਂ ਖਰਾਬ ਹੋਣਾ, ਤੂੰ ਝਿੜਕਾਂ ਵੀ ਨਹੀਂ ਖਾਣੀਆਂ। ਤੈਨੂੰ ਮੈਂ ਸਲਾਹ ਦਿੰਨੀ ਆ। ਸਲਾਹ ਦੇ ਗਈ, ਉਹ ਚਲੀ ਗਈ ਤੇ ਦੋ ਚਾਰ ਗੱਲਾਂ ਹੋਰ ਵੀ ਦੱਸ ਗਈ ਕਿ ਕੀ ਕਰੀ ਜਦੋਂ ਤੇਰੇ ਘਰ ਵਾਲਾ ਤੈਨੂੰ ਪੁੱਛੇਗਾ। ਯਾਰ ਜਦੋਂ ਹੱਥ ਮੂੰਹ ਧੋ ਕੇ ਬੈਠਿਆ, ਲਿਆਓ ਖਾਣਾ, ਉਹਨੇ ਥਾਲੀ ਦੇ ਵਿੱਚ ਜਿਹੜੀ ਉਸ ਦੀ ਸਲਾਹਕਾਰ ਚੁਗਲੀਆਂ ਵਾਲੀ ਦੱਸ ਕੇ ਗਈ ਵੀ ਇਸੇ ਤਰ੍ਹਾਂ ਖਾਣਾ ਬਣਾ, ਉਹਨੇ ਬਣਾ ਕੇ ਥਾਲੀ ਦੇ ਵਿੱਚ ਪਰੋਸ ਦਿੱਤਾ। ਤੇ ਜਦੋਂ ਰੱਖਿਆ ਥਾਲੀ ਵਿੱਚ ਤੇ ਉਹ ਕਹਿੰਦਾ ਇਹ ਕੀ ਆ? ਕਹਿੰਦਾ ਇਹ ਕੀ ਆ? ਕਹਿੰਦੀ ਜੀ ਜੋ ਤੁਸੀਂ ਕਹਿ ਕੇ ਗਏ ਸੀ। ਉਹ ਕਹਿੰਦਾ ਮੈਂ ਤੈਨੂੰ ਕਿਹਾ ਸੀ ਦਾਲ ਚਾਵਲ ਬਣਾਉਣੇ ਨੇ। ਕਹਿੰਦੀ ਇਹ ਵੀ ਤਾਂ ਦਾਲ ਚੌਲ ਹੀ ਆ। ਕਹਿੰਦਾ ਮੈਂ ਤੇ ਤੈਨੂੰ ਕਿਹਾ ਸੀ ਦਾਲ ਅਲੱਗ ਬਣਾਉਣੀ ਆ, ਚੌਲ ਅਲੱਗ ਬਣਾਉਣੇ ਨੇ। ਉਹਨੂੰ ਗੱਲਾਂ ਦੱਸ ਕੇ ਕਿ ਅੱਗੇ ਵੀ ਨਹੀਂ ਸੀ ਬੋਲਦੀ ਹੁੰਦੀ ਪਹਿਲੇ, ਪਰ ਜਦੋਂ ਤੀਸਰਾ ਆ ਜਾਵੇ ਜ਼ਿੰਦਗੀ ਦੇ ਵਿੱਚ ਫਿਰ ਲੜਾਈ ਸ਼ੁਰੂ। ਤੀਸਰਾ ਜਦੋਂ ਉਹਨੂੰ ਗੱਲਾਂ ਵੀ ਦੱਸ ਗਈ, ਕਹਿੰਦੀ ਇਸੇ ਤਰ੍ਹਾਂ ਕਵੀਂ ਜਦੋਂ ਤੇਰੇ ਘਰ ਵਾਲਾ ਤੈਨੂੰ ਪੁੱਛੇਗਾ। ਉਹ ਕਹਿੰਦੀ ਤੁਸੀਂ ਵੀ ਤਾਂ ਦਾਲ ਤੇ ਚੌਲ ਰਲਾ ਕੇ ਹੀ ਖਾਣੇ ਸੀ ਨਾ, ਤੇ ਜੇ ਮੈਂ ਰਲਾਤੇ ਤੇ ਕੀ ਹੋ ਗਿਆ? ਕੀ ਹੋ ਗਿਆ? ਕੀ ਹੋ ਗਿਆ ਜੇ ਮੈਂ ਰਲਾਤੇ? ਕਿੱਥੋਂ ਅੱਗੇ ਬੋਲਣ ਦਾ ਤਰੀਕਾ ਆ ਗਿਆ? ਕਿੱਥੋਂ? ਜਿਹੜੀ ਲਾਗੇ ਬੈਠ ਕੇ ਜਿਹਨੇ ਉਹਦਾ ਵਕਤ ਖਰਾਬ ਕੀਤਾ, ਜਿਹੜੀਆਂ ਉਹਦੇ ਨਾਲ ਚੁਗਲੀਆਂ ਤੇ ਗੱਲਾਂ ਕਰਕੇ ਗਈ, ਉਹਨੇ ਤਰੀਕਾ ਦੱਸਿਆ ਅੱਗੇ ਬੋਲਣ ਦਾ, ਕਿਸ ਤਰ੍ਹਾਂ ਘਰ ਵਾਲੇ ਦੇ ਅੱਗੇ ਬੋਲਣਾ। ਕਹਿੰਦੀ ਤੁਸੀਂ ਵੀ ਰਲਾਉਣੇ ਸੀ, ਮੈਂ ਰਲਾਤੇ, ਇਹਦਾ ਕੀ ਹੋ ਗਿਆ? ਕਹਿੰਦਾ ਚਲੋ ਸਮਝ ਗਿਆ, ਸਿਆਣਾ ਸੀ। ਕਹਿੰਦਾ ਇਹ ਤੂੰ ਮੈਨੂੰ ਦੱਸ, ਰੋਟੀ ਤੇ ਹੁਣ ਮੈਂ ਖਾਣਾ ਬਾਅਦ ਵਿੱਚ, ਅੱਜ ਦੱਸ ਵੀ ਤੇਰੇ ਕੋਲ ਕੌਣ ਆਇਆ ਸੀ ਮਿਲਣ ਵਾਸਤੇ ਜਦੋਂ ਮੈਂ ਘਰ ਨਹੀਂ ਸੀ? ਦੱਸ। ਉਹ ਡਰਦੀ ਦੱਸੇ ਨਾ, ਕਿਉਂਕਿ ਉਹਨੇ ਮਨਾ ਕੀਤਾ ਸੀ ਕਿ ਕਿਸੇ ਦੇ ਲਾਗੇ ਨਹੀਂ ਬੈਠਣਾ, ਕਿਉਂਕਿ ਸਾਡੇ ਘਰ ਵਿੱਚ ਲੜਾਈ ਹੋ ਜਾਏਗੀ ਜਦੋਂ ਤੀਸਰਾ ਆ ਜਾਏਗਾ। ਜਦੋਂ ਜਿੱਦ ਕੀਤੀ ਉਹਨੇ ਕਿਹਾ ਦੱਸ ਅੱਜ ਕੌਣ ਆਇਆ ਸੀ ਸਾਡੇ ਘਰੇ? ਫਿਰ ਦੱਸਦੀ, ਕਹਿੰਦੀ ਉਹ ਦੂਸਰੇ ਮਹੱਲੇ ਚੋਂ ਮੇਰੀ ਚਾਚੀ ਆਈ ਸੀ, ਬੜੇ ਚਿਰ ਬਾਅਦ ਮਿਲਣ ਆਈ ਮੈਨੂੰ, ਤੇ ਉਹਦੇ ਲਾਗੇ ਫਿਰ ਮੈਂ ਬੈਠੀ ਰਹੀ, ਗੱਲਾਂ ਕਰਦੀ ਰਹੀ, ਤੇ ਮੇਰਾ ਟਾਈਮ ਹੋ ਗਿਆ ਜ਼ਿਆਦਾ। ਉਹਨੂੰ ਮੈਂ ਤੁਹਾਡੇ ਵੱਲੋਂ ਦੱਸਿਆ ਕਿ ਦਾਲ ਚੌਲ ਬਣਾਉਣ ਲਈ ਕਹਿ ਕੇ ਗਏ ਨੇ, ਕਹਿੰਦੀ ਕਿ ਮੈਨੂੰ ਉਹਨੇ ਤਰੀਕਾ ਦੱਸ ਦਿੱਤਾ ਵੀ ਇਸ ਤਰ੍ਹਾਂ ਬਣਾ ਲੈ, ਤੇ ਤਾਂ ਮੈਂ ਬਣਾਇਆ।
ਇਸ ਕਰਕੇ ਜਿਹੜੀਆਂ ਭੈਣਾਂ ਬੀਬੀਆਂ ਜਦੋਂ ਚੁਗਲੀ ਕਰਨ ਬੈਠਦੀਆਂ ਨੇ, ਇੱਕ ਦੂਸਰੀ ਦੇ ਲਾਗੇ ਵਿਹਲੀਆਂ ਬੈਠਦੀਆਂ ਨੇ, ਇਸ ਕਰਕੇ ਫਿਰ ਉਹ ਘਰਾਂ ਦੇ ਵਿੱਚ ਲੜਾਈਆਂ ਹੁੰਦੀਆਂ ਨੇ। ਚੁਗਲੀਆਂ ਉਧਰ ਆਦਰ ਦੀਆਂ ਦੱਸ ਦੇਣੀਆਂ, ਮੂੰਹ ਚੋਂ ਗੱਲ ਨਿਕਲ ਜਾਣੀ ਬੁਰੀ, ਉਹ ਹੀ ਜਾ ਕੇ ਦੂਸਰੀ ਨੇ ਉਹਨੂੰ ਦੱਸ ਦੇਣੀ, ਤੇ ਫਿਰ ਘਰਾਂ ਦੇ ਵਿੱਚ ਲੜਾਈਆਂ ਤੇ ਫਸਾਦ ਹੁੰਦੇ। ਇਸ ਕਰਕੇ ਸਾਨੂੰ ਕਦੇ ਵੀ ਚੁਗਲੀ ਕਰਨੀ ਔਰ ਸੁਣਨੀ ਨਹੀਂ ਚਾਹੀਦੀ, ਕਿਉਂਕਿ ਖੁਦਾ ਦੇ ਕਲਾਮ ਵਿੱਚ ਲਿਖਿਆ 27 ਦੀ 12 ਐਤ ਪੜਾ ਕਹੋ ਤਾਂ 27 ਦੀ 12 ਤਾਰੀ ਤਾਰੀ ਤਾਰੀ। ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵੱਧ ਕੇ ਕਸ਼ਟ ਭੋਗਦੇ ਹਨ। ਸਿਆਣਾ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਜਿਹੜੇ ਹੁੰਦੇ ਨੇ ਉਹ ਅੱਗੇ ਵੱਧ ਕੇ ਤੇ ਕਸ਼ਟ ਪਾਉਂਦੇ ਨੇ। ਕਹਿੰਦੇ ਨੇ ਲੱਜ ਵੜਿੰਦਾ ਅੰਦਰ ਵੜੇ, ਤੇ ਮੂਰਖ ਆਖੇ ਮੇਰੇ ਤੋਂ ਡਰੇ। ਜਿਹੜੇ ਸਿਆਣੇ ਹੁੰਦੇ ਨੇ ਨਾ, ਜਦੋਂ ਕੋਈ ਉਹਨਾਂ ਦੇ ਨਾਲ ਲੜਨ ਦੇ ਵਾਸਤੇ ਨਿਕਲਦਾ, ਲੜਾਈ ਕਰਨ ਦੀ ਕੋਸ਼ਿਸ਼ ਕਰਦਾ, ਉਹ ਸਮਝ ਜਾਂਦੇ ਨੇ ਕਿ ਇਹ ਮੇਰੇ ਨਾਲ ਲੜਨਾ ਚਾਹੁੰਦਾ। ਸਿਆਣੇ ਜਿਹੜੇ ਨੇ ਉਹ ਲੁਕ ਜਾਂਦੇ ਨੇ, ਜਾਨੀ ਕਿ ਪਿੱਛੇ ਹੋ ਜਾਂਦੇ ਨੇ, ਉਸ ਤੋਂ ਲੜਨ ਵਾਲੇ ਤੋਂ ਪਰੇ ਹੋ ਜਾਂਦੇ ਨੇ ਕਿ ਵੇਲਾ ਟਾਲ ਲਈਏ, ਲੜਾਈ ਨਾ ਹੋਵੇ। ਕੀ ਕਰਦੇ ਨੇ? ਲੁਕ ਜਾਂਦੇ ਨੇ ਸਿਆਣੇ। ਤੇ ਜਿਹੜੇ ਭੋਲੇ ਹੁੰਦੇ ਨੇ ਵਿਚਾਰੇ, ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਜਦੋਂ ਲੜਾਈ ਹੋਵੇਗੀ ਤੇ ਇਹਦੇ ਬਾਅਦ ਵਿੱਚ ਕੀ ਹੋਵੇਗਾ ਸਾਡੇ ਨਾਲ, ਉਹ ਫਿਰ ਕੀ ਕਰਦੇ ਨੇ? ਅੱਗੇ ਵੱਧਦੇ ਨੇ। ਅੱਗੇ ਵਧਣ ਦਾ ਮਤਲਬ ਅੱਗੇ ਹੋ ਕੇ ਲੜਦੇ ਨੇ, ਲੜਾਈ ਗਲ ਪਾ ਲੈਂਦੇ ਨੇ, ਫਿਰ ਪੁਲਿਸ ਕੇਸ ਬਣ ਜਾਂਦੇ ਨੇ। ਕਈ ਗੱਲਾਂ ਇਹੋ ਜਿਹੀਆਂ ਹੋ ਜਾਂਦੀਆਂ ਲੜਾਈਆਂ ਦੇ ਵਿੱਚ, ਤੇ ਭੋਲੇ ਫਸ ਜਾਂਦੇ ਨੇ। ਤੇ ਜਿਹੜੇ ਚਲਾਕ ਹੁੰਦੇ ਨੇ ਤੇ ਸਿਆਣੇ ਹੁੰਦੇ ਨੇ, ਹੁਸ਼ਿਆਰ ਹੁੰਦੇ ਨੇ, ਉਹ ਸਮਝਦਾਰ ਹੁੰਦੇ ਨੇ, ਤੇ ਲੜਾਈ ਤੋਂ ਬਚ ਜਾਂਦੇ, ਲੁਕ ਜਾਂਦੇ। ਨਸੋ ਉਥੋਂ ਜਿੱਥੇ ਹੋ ਬਰਿਆਈ। ਖੁਦਾ ਕਹਿੰਦਾ ਨਸ ਜਾਵੋ, ਉਥੋਂ ਨਸ ਜਾਵੋ ਜਿੱਥੇ ਇਹੋ ਜੀ ਬਰਿਆਈ। ਬਚਣਾ ਚੰਗਾ, ਅੱਗੇ ਵਧਣਾ ਲੜਾਈ ਦੇ ਵਿੱਚ, ਮੁਸੀਬਤ ਨੂੰ ਗਲ ਵਿੱਚ ਪਾਉਣਾ। ਇਸ ਕਰਕੇ ਚੁਗਲੀਆਂ ਤੋਂ ਬਚਣਾ, ਚੁਗਲੀ ਕਰਨ ਤੋਂ, ਚੁਗਲੀ ਸੁਣਨ ਤੋਂ। ਅੱਗੇ ਪੜਾਂਗੇ ਇਹਦੀ 11 ਹੇ ਮੇਰੇ ਪੁੱਤਰ, ਬੁੱਧਵਾਨ ਹੋਵੀਂ ਅਤੇ ਮੇਰੇ ਜੀ ਨੂੰ ਆਨੰਦ ਕਰੀ, ਭਈ ਮੈਂ ਉਹਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮਿਹਣਾ ਮਾਰਦਾ ਹੈ। ਇਹ ਸਿਆਣੇ ਪੁੱਤਰ ਨੂੰ, ਆਪਣੇ ਪੁੱਤਰ ਨੂੰ ਜਿਹੜਾ ਬਾਪ ਸਿੱਖਿਆ ਹੁੰਦਾ, ਉਹ ਫਿਰ ਕੀ ਸਿੱਖਿਆ ਦਿੰਦਾ? ਚੁਗਲੀ ਨਾ ਕਰੀ, ਚੁਗਲੀ ਨਾ ਸੁਣੀ। ਸਿਆਣੀ ਨੌ, ਸਿਆਣੀ ਸੱਸ ਆਪਣੀ ਨੌ ਨੂੰ ਕਹਿੰਦੀ ਕਿਸੇ ਦੀ ਚੁਗਲੀ ਨਾ ਸੁਣੀ ਗੁਆਂਢੀਆਂ ਦੀ। ਜੇ ਤੇਰੇ ਨਾਲ ਚੁਗਲੀ ਕੀਤੀ ਤੇ ਸਾਡੇ ਘਰ ਵਿੱਚ ਲੜਾਈ ਪੈ ਜਾਣੀ ਹੈ। ਕਿਉਂ? ਉਹਨੇ ਬੀਤੀਆਂ ਹੋਈਆਂ ਗੱਲਾਂ ਦੱਸਣੀਆਂ। ਇਹ ਨਹੀਂ ਇਦਾਂ ਦੇ ਹੁੰਦੇ ਸੀ, ਇਹ ਇਸ ਤਰ੍ਹਾਂ ਦੇ ਹੁੰਦੇ ਸੀ। ਸਿਆਣੀ ਔਰਤ ਕੀ ਕਰਦੀ ਹੈ? ਜੇ ਤੇ ਉਹ ਸਿਆਣੀ ਹੋਵੇ, ਸਾਰਾ ਦਿਨ ਉਹਦੇ ਕੰਮ ਹੀ ਨਹੀਂ ਮੁੱਕਦੇ। ਘਰ ਵਿੱਚ ਕੰਮ ਕਰਨ ਲੱਗੇ ਨਾ, ਸਵੇਰੇ ਸ਼ੁਰੂ ਕਰ ਦਵੇ ਤੇ ਸ਼ਾਮ ਤੱਕ ਸਿਆਣੀ ਔਰਤ ਦਾ ਕੰਮ ਨਹੀਂ ਮੁੱਕ ਸਕਦਾ। ਜੇ ਸਿਆਣੀ ਹੋਵੇ, ਤੇ ਜੇ ਵੇਲੜ ਚੁਗਲੀਆਂ ਕਰਨ ਵਾਲੀ, ਘਰ ਘਰ ਫਿਰਨ ਵਾਲੀ ਹੋਵੇ, ਉਹਦੇ ਵਾਸਤੇ ਬਹੁਤ ਕੰਮ ਥੋੜੇ। ਘਰ ਵਿੱਚ ਕਹਿੰਦੀ ਮੈਂ ਕੰਮ ਮੁਕਾ ਆਈ ਆ, ਤੇ ਫਿਰ ਮੈਂ ਸੋਚਿਆ ਕਿ ਤੇਰੇ ਲਾਗੇ ਘੜੀ ਬੈਠ ਜਾ।
ਕੀ ਕਹਿੰਦੀ ਆ ਉਹ ਜਿਹੜੀ ਵਿਹਲੜ ਚੁਗਲੀਆਂ ਕਰਨਾ ਚਾਹੁੰਦੀ? ਉਹ ਕਹਿੰਦੀ ਮੈਂ ਕੰਮ ਸਾਰੇ ਮੁਕਾਈ ਆ, ਕੰਮ ਸਾਰੇ ਖਤਮ ਕਰਕੇ ਤੇ ਮੈਂ ਤੇਰੇ ਕੋਲ ਬੈਠਣ ਵਾਸਤੇ ਆਈ ਆ। ਕੌਣ? ਗੱਪਾਂ ਮਾਰਨ ਵਾਲੀ, ਚੁਗਲੀਆਂ ਕਰਨ ਵਾਲੀ, ਵਿਹਲੀ ਬੈਣ ਵਾਲੀ, ਹਨਾ, ਲੜਾਈਆਂ ਪਾਉਣ ਵਾਲੀ। ਉਹ ਕਹਿੰਦੀ ਆ ਕੰਮ ਮੁਕਾਈ ਆ। ਪਰ ਜਿਹੜੀ ਪਤਵੰਤੀ ਸਿਆਣੀ ਇਸਤਰੀ, ਉਹਦੇ ਸਾਰਾ ਦਿਨ ਵੀ ਉਹ ਕੰਮ ਕਰਦੀ ਰਵੇ, ਕੰਮ ਨਹੀਂ ਮੁੱਕਦੇ, ਕਦੇ ਵੀ ਨਹੀਂ ਮੁੱਕਦੇ। ਸਾਰਾ ਦਿਨ ਸਾਹ ਨਹੀਂ ਨਿਕਲ ਸਕਦਾ ਜੇ ਉਹ ਕੰਮ ਕਰਨੇ ਸ਼ੁਰੂ ਕਰ ਦੇਵੇ ਘਰ ਦੇ। ਪਰ ਉਹ ਜਿਹੜੀਆਂ ਵਿਹਲੀਆਂ ਬਹਿਣਾ ਚਾਹੁੰਦੀਆਂ ਨੇ, ਉਹ ਕੰਮ ਕਹਿੰਦੇ ਮੁਕਾ ਲਿਆ, ਪਰ ਕੰਮ ਨਹੀਂ ਮੁੱਕਦਾ ਸਾਰੀ ਦਿਹਾੜੀ। ਇਸ ਕਰਕੇ ਸਮਝਦਾਰ ਬਾਪ ਜਿਹੜਾ ਵਾ ਉਹ ਵੀ ਆਪਣੇ ਪੁੱਤਰ ਨੂੰ ਇਹੋ ਹੀ ਸਮਝਾਉਂਦਾ, ਪੁੱਤਰ ਨੌਜਵਾਨਾਂ ਦੇ ਵਿੱਚ, ਲੜਕਿਆਂ ਦੇ ਵਿੱਚ ਨਾ ਬੈਠੀ। ਕਿਉਂ? ਉੱਥੇ ਗੱਲਾਂ ਚੰਗੀਆਂ ਨਹੀਂ ਹੋਣੀਆਂ। ਜੇ ਲੜਕੀਆਂ ਨੌਜਵਾਨ ਔਰਤਾਂ, ਬਜ਼ੁਰਗ ਮਾਤਾ ਚੁਗਲੀਆਂ ਕਰ ਸਕਦੀਆਂ ਨੇ, ਤੇ ਨੌਜਵਾਨ ਲੜਕੇ ਵੀ ਤਾਂ ਚੁਗਲੀਆਂ ਕਰ ਸਕਦੇ ਨੇ। ਲਿਖਿਆ, ਹੇ ਮੇਰੇ ਪੁੱਤਰ ਤੂੰ ਬੁੱਧਵਾਨ ਹੋਵੀਂ। ਕੀ? ਆਪਣੇ ਪੁੱਤਰ ਨੂੰ ਸਾਨੂੰ ਸਮਝਾਉਣਾ ਚਾਹੀਦਾ। ਜਿਹੜੇ ਸਮਝਦਾਰ ਬਾਪ ਹਾਂ, ਉਹਨਾਂ ਦਾ ਫਰਜ਼ ਬਣਦਾ ਕਿ ਆਪਣੀ ਧੀ ਨੂੰ, ਆਪਣੇ ਪੁੱਤਰ ਨੂੰ ਇਸ ਤਰ੍ਹਾਂ ਸਮਝਾਵੇ, ਪਿਆਰ ਦੇ ਨਾਲ, ਹੇ ਮੇਰੇ ਪੁੱਤਰ ਤੂੰ ਬੁੱਧਵਾਨ ਹੋਵੀਂ। ਯਾਨੀ ਕਿ ਅਸੀਂ ਜਦੋਂ ਵੀ ਆਪਣੇ ਬੱਚਿਆਂ ਨੂੰ ਸਿੱਖਿਆ ਦੇਣੀ, ਕੱਲੀ ਔਰਤਾਂ ਦਾ ਕੰਮ ਨਹੀਂ ਚੁਗਲੀਆਂ ਕਰਨਾ, ਨੌਜਵਾਨ ਵੀ ਕਰਦੇ ਨੇ, ਉਧਰ ਦੀਆਂ ਆਦਰ ਦੀਆਂ, ਕਿਸੇ ਯਾਰਾਂ ਦੋਸਤਾਂ ਦੀਆਂ, ਕਿਸੇ ਦੇ ਘਰ ਦੀਆਂ, ਉਹ ਵੀ ਕਰਦੇ ਨੇ। ਤੇ ਅੱਛੇ ਮਾਂ-ਬਾਪ ਜਿਹੜੇ ਹੁੰਦੇ ਨੇ, ਉਹ ਆਪਣੇ ਬੱਚਿਆਂ ਨੂੰ ਸਿਖਾਉਂਦੇ ਨੇ, ਪੁੱਤਰ ਤੂੰ ਕਿਸੇ ਦੀ ਗੱਲ ਨਾ ਕਰੀ। ਸਿਆਣੇ ਬਾਪ ਕੀ ਕਹਿੰਦੇ ਨੇ ਪੁੱਤਰ ਨੂੰ? ਕਿਸੇ ਦੀ ਗੱਲ ਚ ਨਾ ਆਵੀਂ। ਮਾਂ ਵੀ ਸਮਝਾ ਕੇ ਭੇਜਦੀ ਆਪਣੇ ਪੁੱਤਰ ਨੂੰ ਜਦੋਂ ਬਾਹਰ ਜਾਂਦਾ, ਪੁੱਤ ਕਿਸੇ ਦੀ ਲੜਾਈ ਚ ਨਾ ਆਵੀਂ, ਤੂੰ ਨਾ ਕਿਸੇ ਦੀ ਗੱਲ ਕਰੀ। ਕੌਣ ਕਹਿੰਦੇ ਆ? ਜਿਹੜੇ ਸਿਆਣੇ ਮਾਂ-ਬਾਪ ਹੁੰਦੇ ਨੇ, ਉਹਦੀ ਧੀ ਹੋਵੇ, ਉਹਦਾ ਪੁੱਤਰ ਹੋਵੇ, ਉਹ ਸਮਝਾ ਕੇ ਘਰੋਂ ਭੇਜਦੇ ਨੇ। ਕਹਿੰਦੇ ਨੇ ਪੁੱਤਰ ਬੁੱਧਵਾਨ ਹੋ, ਮੇਰਾ ਸਿਆਣਾ ਪੁੱਤਰ ਬਣ ਕੇ, ਸੋਹਣਾ ਪੁੱਤਰ ਬਣ ਕੇ ਮੁੰਡਿਆਂ ਦੀ ਜੁੰਡਲੀ ਚ ਨਾ ਬੈਠੇ। ਉੱਥੇ ਲੜਾਈਆਂ ਹੁੰਦੀਆਂ ਨੇ, ਚੁਗਲੀਆਂ ਹੁੰਦੀਆਂ ਨੇ, ਤੇ ਉੱਥੋਂ ਬਚ ਕੇ ਰਹੇ। ਅਤੇ ਮੇਰਾ ਜੀ ਮੇਰੇ ਜੀ ਨੂੰ ਆਨੰਦ ਕਰੇ। ਮੇਰੇ ਪੁੱਤਰ ਜੇ ਤੂੰ ਬੁਰੀ ਸੰਗਤ ਵਿੱਚ ਨਾ ਬੈਠੇਗਾ ਤੇ ਜਿਹੜਾ ਮੇਰਾ ਜੀ ਆ ਉਹ ਤੇਰੇ ਤੋਂ ਕੀ ਹੋਵੇਗਾ? ਖੁਸ਼ ਹੋਵੇਗਾ। ਮੇਰੇ ਪੁੱਤਰ ਬੁੱਧਵਾਨ ਬਣ, ਸਿਆਣਾ ਬਣ, ਬੁਰੀ ਸੰਗਤ 'ਚ ਨਾ ਬੈਠੇ। ਜਿੱਥੇ ਚੁਗਲੀਆਂ ਹੁੰਦੀਆਂ ਨੇ, ਇੱਕ ਦੂਸਰੇ ਦੀ ਵਿਰੋਧਤਾ ਹੁੰਦੀ, ਉਹ ਕੀ ਹੁੰਦੀ? ਬੁਰੀ ਸੰਗਤ ਹੁੰਦੀ ਹੈ। ਉੱਥੇ ਕੀ ਹੁੰਦੀ? ਬੁਰੀ ਸੰਗਤ। ਤੇ ਉਸ ਬੁਰੀ ਸੰਗਤ ਤੋਂ ਸਾਨੂੰ ਆਪਣੇ ਬੱਚਿਆਂ ਨੂੰ ਵੀ, ਘਰ ਵਾਲੀ ਨੂੰ, ਨੌਂ ਨੂੰ ਰੋਕ ਕੇ ਰੱਖਣਾ ਚਾਹੀਦਾ ਕਿ ਕਿਸੇ ਮਾੜੇ ਦੀ ਸੰਗਤ ਨਹੀਂ ਕਰਨੀ। ਬਾਈਬਲ ਵਿੱਚ ਲਿਖਿਆ, ਬੁਰੀਆਂ ਸੰਗਤਾਂ ਚੰਗੇ ਚਾਲ ਚੱਲਣਾ ਨੂੰ ਵਿਗਾੜ ਦਿੰਦੀਆਂ। ਕੀ? ਬੁਰੇ ਚਾਲ ਚੱਲਣ ਨੂੰ ਵਿਗਾੜ ਦਿੰਦੀਆਂ ਨੇ ਬੁਰੀਆਂ ਸੰਗਤਾਂ। ਕਈ ਨਹੀਂ ਮੰਨਦੇ ਕਿ ਬੁਰੀ ਸੰਗਤ ਵਿੱਚ ਜਾ ਕੇ ਕਹਿੰਦੇ ਮੇਰੇ ਤੇ ਨਹੀਂ ਅਸਰ ਹੋ ਸਕਦਾ, ਪਰ ਜੇ ਅਸਰ ਨਹੀਂ ਹੋ ਸਕਦਾ ਤੇ ਬਾਈਬਲ ਵਿੱਚ ਕਦੇ ਵੀ ਨਹੀਂ ਸੀ ਲਿਖਣਾ ਕਿ ਬੁਰੀਆਂ ਸੰਗਤਾਂ ਵਿਗਾੜ ਦਿੰਦੀਆਂ ਨੇ। ਕਿਉਂਕਿ ਕਲਾਮ ਦੇ ਵਿੱਚ ਜੋ ਵੀ ਲਿਖਿਆ, ਇਸ ਦਾ ਪ੍ਰੈਕਟੀਕਲ ਵੀ ਹੁੰਦਾ। ਸੱਚਮੁੱਚ ਹੀ ਬੁਰੀ ਸੰਗਤ ਵਿੱਚ ਜਾਣ ਦੇ ਨਾਲ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਨੇ। ਤੇ ਮਾਂ-ਬਾਪ ਇਹੋ ਹੀ ਕਹਿੰਦੇ ਨੇ ਕਿ ਹੇ ਮੇਰੇ ਪੁੱਤਰ ਤੂੰ ਨਾ ਜਾਵੀਂ, ਬੁਰੀ ਲੜਕੀ ਆ, ਬੁਰੇ ਫੈਸ਼ਨ ਕਰਨ ਵਾਲੀ ਲੜਕੀ ਆ, ਉਧਰ ਆਦਰ ਨੂੰ ਵੇਖਣ ਵਾਲੀ, ਅਵਾਰਾ ਫਿਰਨ ਵਾਲੀ ਲੜਕੀ ਆ। ਆਪਣੀ ਲੜਕੀ ਨੂੰ ਮਾਂ ਕਹੇਗੀ, ਮਾਂ ਪੁੱਤਰ ਉਸ ਲੜਕੀ ਦੇ ਨਾਲ ਨਾ ਫਿਰਿਆ ਕਰ। ਕੌਣ ਕਹੇਗੀ? ਚੰਗੀ ਜਿਹੜੀ ਮਾਂ ਵਾ ਉਹ ਕਹੇਗੀ, ਪੁੱਤਰ ਉਹ ਲੜਕੀ ਦੇ ਨਾਲ ਨਹੀਂ ਫਿਰਨਾ,
ਕਹਿੰਦੀਆਂ ਨੇ ਨਾ ਮਾਵਾਂ ਵੀ ਉਹ ਲੜਕੀ ਬੜੀ ਖਰਾਬ ਆ, ਉਹਦੇ ਨਾਲ ਨਾ ਪੁੱਤਰ ਜਾਵੇਂ, ਉਹਦੇ ਨਾਲ ਚੱਲ ਜਾ ਭਾਵੇਂ, ਉਹ ਚੰਗੀ ਹੈ। ਤੇ ਜੇ ਲੜਕੇ, ਹੁਣ ਲੜਕੇ ਨੂੰ ਵੀ ਮਾਂ-ਬਾਪ ਮਾਵਾਂ ਕਹਿੰਦੀਆਂ ਨੇ ਪੁੱਤਰ ਉਹ ਲੜਕੇ ਦੇ ਨਾਲ ਨਾ ਫਿਰੀ, ਉਹਦੇ ਨਾਲ ਭਾਵੇਂ ਚੱਲ ਜੀ ਦੂਸਰੇ ਦੇ ਨਾਲ। ਕਿਉਂ? ਬੁਰੀਆਂ ਸੰਗਤਾਂ ਚੰਗੇ ਚਾਲ ਚੱਲਣਾ ਨੂੰ ਵਿਗਾੜ ਦਿੰਦੀਆਂ ਨੇ। ਬੜਿਆਂ ਦੇ ਬੱਚੇ ਚੰਗੇ ਚੰਗੇ ਹੁੰਦੇ ਨੇ, ਨੌਕਰੀਆਂ ਵੱਲ ਨੂੰ ਜਾ ਰਹੇ ਹੁੰਦੇ ਨੇ, ਪੜ੍ਹਾਈ ਵੱਲ ਤੁਰ ਰਹੇ ਹੁੰਦੇ ਨੇ, ਕਰ ਰਹੇ ਹੁੰਦੇ ਪੜ੍ਹਾਈ, ਅੱਛੇ ਅਫਸਰ ਬਣਨ ਵਾਸਤੇ ਜਾ ਰਹੇ ਨੇ, ਪਰ ਜਦੋਂ ਬੁਰੀ ਸੰਗਤ ਵਿੱਚ ਪੈ ਜਾਂਦੇ ਨੇ ਤੇ ਫਿਰ ਨੌਕਰੀ ਵੀ ਨਹੀਂ ਮਿਲਦੀ, ਨਸ਼ਿਆਂ ਤੇ ਲੱਗ ਜਾਂਦੇ ਨੇ, ਜ਼ਿੰਦਗੀ ਖਰਾਬ, ਤੇ ਨਾਲ ਮਾਂ ਬਾਪ ਦੀ ਵੀ ਜ਼ਿੰਦਗੀ ਖਰਾਬ ਹੋ ਜਾਂਦੀ। ਇਸੇ ਕਰਕੇ ਤੇ ਕਹਿ ਰਿਹਾ ਬਾਪ ਆਪਣੇ ਬੱਚਿਆਂ ਨੂੰ, ਕਹਿੰਦਾ ਹੇ ਮੇਰੇ ਪੁੱਤਰ ਬੁੱਧਵਾਨ ਹੋ ਅਤੇ ਮੇਰੇ ਜੀ ਨੂੰ ਆਨੰਦ ਕਰ। ਮਾਂ ਬਾਪ ਫੇਰ ਖੁਸ਼ ਹੁੰਦੇ ਨੇ ਜੇ ਬੱਚੇ ਉਹਨਾਂ ਦੇ ਦਿਲ ਨੂੰ, ਜੀ ਨੂੰ ਆਨੰਦ ਦੇਣ। ਕਈ ਵਾਰ ਬੁਰੀ ਸੰਗਤ ਵਿੱਚ ਜਦੋਂ ਬੱਚੇ ਪੈ ਜਾਂਦੇ ਨੇ ਤੇ ਜਿਹੜੇ ਮਾਂ ਬਾਪ ਹੁੰਦੇ ਨੇ ਹੱਡੀਆਂ ਸੜਦੀਆਂ ਨੇ ਉਹਨਾਂ ਦੀਆਂ, ਬਹੁਤ ਸੜਦੇ ਨੇ ਮਾਂ ਬਾਪ, ਸੜ ਸੜ ਕੇ ਕੋਲਾ ਹੋ ਜਾਂਦੇ ਨੇ। ਕਹਿੰਦੇ ਨੇ ਇਹੋ ਜਿਹਾ ਬੱਚਾ ਸਾਨੂੰ ਕਿਸ ਤਰ੍ਹਾਂ ਮਿਲ ਗਿਆ, ਕਿਉਂ ਮਿਲ ਗਿਆ ਰੱਬਾ, ਇਹ ਤੂੰ ਕਿਉਂ ਦੇ ਦਿੱਤਾ ਸਾਨੂੰ। ਹੱਡੀਆਂ ਸੜਦੀਆਂ ਨੇ ਮਾਂ ਬਾਪ ਦੀਆਂ। ਇਸ ਕਰਕੇ ਮਾਂ ਬਾਪ ਦੀ ਇਹੋ ਹੀ ਦੁਆ ਹੁੰਦੀ ਹੈ ਕਿ ਖੁਦਾ ਸਾਡੇ ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾਏ। ਤੇ ਸਾਡਾ ਫਰਜ਼ ਵੀ ਬਣਦਾ ਕਿ ਬੱਚਿਆਂ ਨੂੰ ਬੁਰੀ ਸੰਗਤ ਤੋਂ ਪੈਣ ਤੋਂ ਪਹਿਲਾਂ ਹੀ ਝਿੜਕ ਦੇਣਾ ਚਾਹੀਦਾ ਕਿ ਪੁੱਤਰ ਬਚ ਕੇ ਰਹਿ, ਉਹਦੇ ਨਾਲ ਨਹੀਂ ਫਿਰਨਾ, ਉਹਦੇ ਨਾਲ ਨਹੀਂ ਫਿਰਨਾ, ਕਿਤੇ ਮੇਰੀ ਬਦਨਾਮੀ ਨਾ ਹੋ ਜਾਵੇ। ਬਾਪ ਕੀ ਕਰਦਾ ਹੈ? ਡਰਦਾ ਕਿ ਜੇ ਮੇਰੀ ਧੀ, ਜੇ ਮੇਰਾ ਪੁੱਤਰ ਬੁਰੀ ਸੰਗਤ ਵਿੱਚ ਪੈ ਗਿਆ, ਨਸ਼ਿਆਂ ਵਿੱਚ ਪੈ ਗਿਆ, ਚੋਰੀਆਂ 'ਚ ਪੈ ਗਿਆ, ਨਸ਼ੇ ਵੇਚਣ 'ਚ ਪੈ ਗਿਆ, ਤੇ ਫੇਰ ਕੀ ਹੋਵੇਗਾ? ਮੇਰੀ ਬਦਨਾਮੀ ਹੋਵੇਗੀ। ਲੋਕੀ ਕਹਿਣਗੇ ਉਹਦਾ ਲੜਕਾ, ਉਹਦੀ ਲੜਕੀ ਬੁਰੀ ਸੰਗਤ ਵਿੱਚ ਪੈ ਗਈ। ਇਸ ਕਰਕੇ ਬੁਰੀ ਸੰਗਤ ਤੋਂ ਬਚਣਾ। ਬੁਰੀ ਸੰਗਤ ਬੜੇ ਤਰ੍ਹਾਂ ਦੀ ਹੁੰਦੀ, ਨਸ਼ਿਆਂ 'ਚ ਪੈਣਾ, ਕਿਸ ਦੀ ਬੁਰਾਈ ਕਰਨੀ ਔਰ ਨਿੰਦਿਆ ਚੁਗਲੀ ਕਰਨੀ, ਇਹ ਹੁੰਦੀ ਆ ਬੁਰੀ ਸੰਗਤ। ਇਸ ਤੋਂ ਬਚਣਾ ਸਾਡਾ ਫਰਜ਼ ਬਣਦਾ ਆਪਣੇ ਬੱਚਿਆਂ ਨੂੰ ਇਕੱਠੇ ਬਿਠਾ ਕੇ ਤੇ ਦੁਆ ਕਰਨੀ। ਤੇ ਦੁਆ ਅਸੀਂ ਇਕੱਠੇ ਫਿਰ ਕਰ ਸਕਾਂਗੇ ਜੇ ਸਾਨੂੰ ਆਪ ਆਉਂਦੀ ਹੋਵੇਗੀ। ਤੇ ਸਾਡਾ ਦੋਨਾਂ ਜੀਆਂ ਦਾ ਫਰਜ਼ ਮਾਂ ਬਾਪ ਦਾ ਬਣਦਾ ਕਿ ਦੁਆ ਹਰ ਰੋਜ਼ ਕਰਨੀ ਚਾਹੀਦੀ ਹੈ। ਜਦੋਂ ਅਸੀਂ ਦੋਨੋਂ ਵਕਤ ਸਿਰ ਦੁਆ ਕਰਾਂਗੇ ਤੇ ਬੱਚੇ ਵੀ ਸਾਡੇ ਵੱਲ ਵੇਖ ਕੇ ਦੁਆ ਕਰਨਗੇ। ਇੱਕ ਭੈਣ ਨੂੰ ਇੱਕ ਸੰਤ ਨੇ ਕਿਹਾ, ਭੈਣ ਦੁਆ ਆਪਣੇ ਬੱਚਿਆਂ ਨੂੰ ਸਿਖਾਇਆ ਕਰ। ਕਹਿੰਦੀ ਮੈਨੂੰ ਨਹੀਂ ਆਉਂਦੀ ਤੇ ਮੈਂ ਕਿਸ ਤਰ੍ਹਾਂ ਸਿਖਾਵਾਂ। ਇਸ ਕਰਕੇ ਮਾਂ ਬਾਪ ਦਾ ਫਰਜ਼ ਬਣਦਾ ਕਿ ਦੁਆ ਕਰਨੀ ਸਿੱਖੇ ਤੇ ਫਿਰ ਆਪਣੇ ਬੱਚਿਆਂ ਨੂੰ ਸਿਖਾ ਸਕਦੀ ਹੈ। ਜਿਹੜਾ ਕੰਮ ਮਾਂ ਕਰੇਗੀ ਉਹੋ ਹੀ ਧੀ ਕਰੇਗੀ, ਤੇ ਜਿਹੜਾ ਕੰਮ ਬਾਪ ਕਰੇਗਾ ਉਹਦੇ ਵੱਲ ਵੇਖ ਵੇਖ ਕੇ ਉਹੀ ਕੰਮ ਉਹਦਾ ਪੁੱਤਰ ਕਰੇਗਾ। ਇਸ ਕਰਕੇ ਅਸੀਂ ਚੰਗਾ ਨਮੂਨਾ ਆਪਣੇ ਬੱਚਿਆਂ ਨੂੰ ਦੇਣਾ, ਬੁਰੀ ਸੰਗਤ ਤੋਂ ਬਚਾ ਕੇ। ਖੁਦਾਵੰਦ ਸਾਰਿਆਂ ਨੂੰ ਬਹੁਤ ਸਾਰੀ ਬਰਕਤ ਦੇਵੇ। ਧੰਨਵਾਦ ਪ੍ਰਭੂ ਦਾ ਕਰਾਂਗੇ। ਆਮੀਨ।